ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨ ਹੋਈ। ਤੂੰ ਕਰਤਾ ਕਰੁਣਾ ਮੈਂ ਨਾਹੀ, ਜਾਂ ਹਉ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਉ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਉ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਣਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਮ ਕਰੇ ਆ ਗੱਲ ਤਾਂ ਸੁਣੀ ਜਰਾ। ਮੈਂ ਵੇਲੀ ਨਹੀਂ। ਕਿਸੇ ਵੇਲੇ ਤੇ ਅੜਬਪਣਾ ਛੱਡ ਦਿਆ ਕਰ, ਹਰ ਵੇਲੇ ਚੜੇ ਘੋੜੇ ਸਵਾਰ ਹੀ ਰਹਿਣੀ ਹੈ। ਹਾਂ ਛੇਤੀ ਦੱਸ, ਮੈਂ ਭਾਂਡੇ ਸਾਫ਼ ਕਰਨੇ ਆ। ਓਏ ਆ ਧਾਤ ਦੇ ਭਾਂਡੇ ਤੇ ਤੂੰ ਸਾਫ਼ ਕਰ ਲੇਂਗੀ, ਆ ਜਿਹੜਾ ਆਪਣਾ ਭਾਂਡਾ ਗੰਦਾ ਹੋਣ ਡਿਆ ਇਹਦੇ ਬਾਰੇ ਕੁਝ ਸੋਚਿਆ ਹੀ? ਕਿਹੜੇ ਭਾਂਡੇ ਦੀ ਗੱਲ ਕਰਦਾ? ਆ ਕਰਨੈਲ ਦੀ, ਮੈਨੂੰ ਲੱਗਦਾ ਸ਼ਰਾਬ ਪੀਣ ਲੱਗ ਪਿਆ ਈ। ਬਸ ਇੰਨੀ ਗੱਲ ਹੀ ਸੀ। ਲੋਕ ਘਰ ਘਰ ਸ਼ਰਾਬਾਂ ਪੀਂਦੇ ਆ, ਜੇ ਨਿਆਣਾ ਘੁੱਟ ਪੀ ਲੈਂਦਾ ਤਾਂ ਕਿਹੜੀ ਆਖਰ ਆ ਗਈ ਹੈ? ਉਹੀ ਰਾਜ ਦਾ ਪਹਾੜ ਬਣਾ ਕੇ ਬਹਿ ਜਾਣਾ। ਸ਼ਾਮ ਕੁਰੇ ਗੱਲ ਨੂੰ ਥੁੱਕਿਆ ਨਾ ਕਰ, ਚਿੱਠਿਆ ਕਰ। ਮੇਰਾ ਮੁੰਡਾ ਇਹ ਕੁਝ ਕਰਦਾ ਚੰਗਾ ਨਹੀਂ ਲੱਗਦਾ। ਮੈਂ 20 ਸਾਲ ਸਰਪੰਚੀ ਕੀਤੀ ਆ ਤੇ ਸਾਰੀ ਉਮਰ ਇਹਨਾਂ ਨਾਮੁਰਾਦ ਨਸ਼ਿਆਂ ਦੇ ਖਿਲਾਫ ਮੈਂ ਪ੍ਰਚਾਰ ਕਰਦਾ ਰਿਹਾ। ਇਲਾਕੇ 'ਚ ਨਾਂ ਮੇਰਾ ਨਾ ਹੀ ਹੈ ਨਾ, ਨਾਵਾਂ ਤਾਂ ਪੱਲੇ ਹੈ ਕੋਈ ਨਹੀਂ। ਲੋਕ ਸਰਪੰਚੀ ਕਰਦੇ ਤੇ ਦਿਨਾਂ 'ਚ ਮਹਿਲ ਖੜੇ ਕਰ ਦਿੰਦੇ ਆ। ਤੂੰ 20 ਸਾਲ ਸਰਪੰਚੀ ਕੀਤੀ ਆ, ਘਰ 'ਚ ਐਕਟ ਨਹੀਂ ਲਵਾ ਸਕਿਆ। ਤੇਰੀ ਇਸੇ ਸ਼ਹਿ ਨੇ ਉਹਦਾ ਬੇੜਾ ਗਰਕ ਕੀਤਾ ਹੀ। ਪਹਿਲਾਂ ਦਾੜੀ ਕੱਟਣ ਲੱਗ ਪਿਆ, ਹੁਣ ਕੇਸ ਕਤਲ ਕਰ ਦਿੱਤੇ, ਆ ਹੁਣ ਸ਼ਰਾਬ ਵੀ ਪੀਣ ਲੱਗ ਪਿਆ ਈ। ਹੋ ਗਿਆ ਜੱਗ ਜਾਰ। ਤੇਰੀ ਇਹ ਮਜਾਨ ਓਏ, ਉਹ ਮੇਰੇ ਘਰ ਦੇ ਵਿੱਚ ਸ਼ਰਾਬ ਪੀ ਕੇ ਬੱਚਾ ਕਹਿੰਦੇ ਮੈਂ ਕਿ ਨਾ ਅਗਲਾ ਕਈਆਂ ਹੱਡੀਆਂ ਤੋੜ ਦੇਣੀਆਂ ਨੇ। ਰਾਜਾ ਤੈਨੂੰ ਬੰਦੇ ਦਾ ਪੁੱਤ ਬਣਾ ਮਾਰ ਮੇਰੇ, ਮੈਂ ਤੈਨੂੰ ਛੱਡਣਾ ਹੀ ਨਹੀਂ। ਤੇਰਾ ਵਿਗੜਿਆ ਏ, ਸਾਰੇ ਘਰ ਦਾ ਮਾਹੌਲ ਤੂੰ ਖਰਾਬ ਕੀਤਾ ਨਾਲ ਰਲ ਕੇ। ਆਪ ਹਾਨੀ ਪੁੱਤ ਤੇ ਹੱਥ ਚੁੱਕੇਗਾ। ਇਹਦੇ ਮੈਂ ਜੁੱਤੀਆਂ ਮਾਰ ਮਾਰ ਇਹਨੂੰ ਆ ਬੰਦੇ ਦਾ ਪੁੱਤ ਬਣਾਉਣਾ ਹੁਣ ਮੈਨੂੰ। ਸਾਰੇ ਪਿੰਡ ਦੇ ਵਿੱਚ ਬੜੀ ਮੇਰੀ ਮਿੱਟੀ ਕਰਕੇ ਰੱਖਤੀ ਐ ਨੇ। ਜਾ ਕੁੜੀਏ ਲੈ ਜਾ ਨੂੰ ਅੰਦਰ। ਮੈਂ ਬਣਾਉਣਾ ਅੱਜ ਬੰਦਾ, ਇਹ ਗੰਦ ਪਾਇਆ ਕਈ ਦਿਨ ਹੋ ਗਏ। ਲੈ ਜਾ ਕੁੜੀਏ ਨੂੰ ਅੰਦਰ। ਮਾਰ ਬੁੜਿਆ, ਉਹ ਮਾਰ ਮੇਰੇ ਡਾਂਗ। ਦੱਸਾਂ ਤੈਨੂੰ ਡਾਂਗ ਮਾਰਨ ਦਾ ਸਵਾਦ। ਉਹ ਸ਼ਰਮ ਕਰ, ਸ਼ਰਮ। ਉਹਨੂੰ ਤਾਂ ਹੋਸ਼ ਨਹੀਂ, ਤੂੰ ਹੀ ਸ਼ਰਮ ਕਰ ਲੈ। ਤੂੰ ਇਹਦਾ ਵੀ ਬੇੜਾ ਗਰਕ ਕਰ ਦਿੱਤਾ ਤੇ ਮੇਰੇ ਵੀ ਧੌੜੇ ਰੋਲ ਦਿੱਤੇ ਨੇ। ਮੈਂ ਪਰੇ 'ਚ ਕਿਹੜਾ ਮੂੰਹ ਲੈ ਕੇ ਬੈਠਣਾ? ਨਾ ਤੇਥੋਂ ਬਿਨਾ ਪਰੇ ਨਹੀਂ ਲੱਗਦੀ, ਨਾ ਬੈਠੀ ਪਰੇ 'ਚ। ਤੁਸਾਂ ਮਾਂ ਪੁੱਤਾਂ ਨੇ ਕੱਖ ਨਹੀਂ ਛੱਡਿਆ ਮੇਰੇ ਪੱਲੇ। ਨਾ ਤੇਰੇ ਪੱਲੇ ਹੈ ਕੀ? ਤੇਰੇ ਪੱਲੇ ਤਾਂ ਅਕਲ ਵੀ ਨਹੀਂ। ਅਖੇ ਮੈਂ 20 ਸਾਲ ਸਰਪੰਚੀ ਕੀਤੀ ਆ, ਜੇ ਨਿਆਣਾ ਘੁੱਟ ਪੀ ਆਇਆ ਤਾਂ ਐਡੀ ਕਿਹੜੀ ਆਖਰ ਆ ਗਈ ਹੈ? ਡਾਂਗ ਚੁੱਕ ਲਿਆ ਉਹਦੇ ਤੇ। ਡਾਂਗ ਮਾਰ ਕੇ ਤਾਂ ਵੇਖੇ ਮੈਨੂੰ। ਮੈਂ ਹੁਣੇ ਗੱਲ ਕਰਨੀ ਹੈ। ਕੀ ਗੱਲ ਕਰਨੀ ਹੈ ਤੁਸੀਂ? ਇੱਕ ਤਾਂ ਤੁਸੀਂ ਸ਼ਰਾਬ ਪੀ ਕੇ ਆਏ ਹੋ, ਉਤੋਂ ਗਲੀਆਂ 'ਚ ਖਰੂਦ ਕਰਦੇ ਪਏ ਹੋ। ਬਾਪੂ ਜੀ ਦਾ ਸਤਿਕਾਰ ਕਰਨ ਦੀ ਬਜਾਏ ਤੁਸੀਂ ਉਹਨਾਂ ਨਾਲ ਬਦਸਲੂਕੀ ਕਰਦੇ ਪਏ ਹੋ। ਤੂੰ ਲੈਣਾ ਕੀ ਚਾਹੁੰਦੀ ਹੈ? ਹੋਸ਼ ਨੂੰ ਹੱਥ ਮਾਰੋ। ਪਿੰਡ ਦੇ ਲੋਕ ਉਹਨਾਂ ਨੂੰ ਬਾਪੂ ਜੀ ਕਹਿੰਦੇ ਨਹੀਂ ਥੱਕਦੇ, ਤੇ ਤੁਸੀਂ ਮੈਂ ਉਹਨੂੰ ਕੀ ਗੋਲੀ ਮਾਰਤੀ ਆ? ਪੁੱਤਰ ਪਿਓ ਲਈ ਇਹੋ ਜਿਹੀ ਸ਼ਬਦਾਵਲੀ ਵਰਤੇ, ਇਹ ਨੇਕ ਔਲਾਦ ਦੀ ਨਿਸ਼ਾਨੀ ਨਹੀਂ। ਬਹੁਤ ਬਕਵਾਸ ਕੀਤੀ ਨਾ ਤਾਂ ਜੁੱਤੀ ਵੇਖ ਲਾ। ਸਿਰ ਮਾਰ ਕੇ ਸਭ ਪੁੱਠੇ ਬਾਟੀ ਵਰਗਾ ਕਰ ਦੂੰ। ਬਸ ਆਹੀ ਕੋਜਾ ਤੁਹਾਡੇ ਪੱਲੇ। ਤੇਰੇ ਪੱਲੇ ਕੀ ਆ? ਮੁੰਡਾ ਤਾਂ ਇੱਕ ਜੰਮ ਨਹੀਂ ਸਕੀ। ਮੇਰੀ ਗੱਲ ਇੱਕ ਕੰਨ ਖੋਲ ਕੇ ਸੁਣ ਲਾ। ਜੇ ਐਕਟੀ ਵੀ ਕੁੜੀ ਜੰਮੀ ਨਾ ਤਾਂ ਗੁੱਟੋ ਫੜ ਕੇ ਬਾਹਰ ਕੱਢ ਦੇਗਾ।
ਉਹ ਕੁੜੀਆਂ ਤਾਂ ਸਿਰ ਨਵਾ ਦਿੰਦੀਆਂ ਕਹਿੰਦੇ ਕਹਾਉਂਦੇ ਦਾ। ਮੈਨੂੰ ਪੁੱਤ ਚਾਹੀਦਾ, ਪੁੱਤ ਜਿਹੜਾ ਮੇਰਾ ਮਾਣ ਵਧਾਵੇ। ਜਿੰਨਾ ਕੁ ਮਾਣ ਤੁਸੀਂ ਬਾਪੂ ਜੀ ਦਾ ਵਧਾ ਰਹੇ ਹੋ, ਕੀ ਬਕਵਾਸ ਕੀਤੀ ਹੂੰ? ਇਹ ਤੁਹਾਡਾ ਭੁਲੇਖਾ ਹੈ। ਕੁੜੀਆਂ ਮਾਪਿਓ ਦਾ ਮਾਣ ਮੁੰਡਿਆਂ ਤੋਂ ਕਿਤੇ ਜ਼ਿਆਦਾ ਵਧਾਉਂਦੀਆਂ ਨੇ। ਮਤਲਬ ਤੇਰਾ ਇਰਾਦਾ ਫੇਰ ਕੁੜੀ ਜੰਮਣ ਦਾ? ਇਹ ਕਿਸੇ ਦੇ ਵੱਸ 'ਚ ਨਹੀਂ ਹੁੰਦਾ, ਇਹ ਤਾਂ ਉਸ ਮਾਲਕ ਦੇ ਹੱਥ ਹੈ। ਪਰ ਘਰ ਰੱਖਣਾ ਜਾਂ ਨਾ ਰੱਖਣਾ ਇਹ ਖਸਮ ਦੇ ਹੱਥ 'ਚ ਹੁੰਦਾ। ਤੇ ਇਹ ਵੀ ਕੁੜੀ ਜੰਮੀ ਨਾ ਤਾਂ ਸਮਝ ਲਾ, ਸਮਝ ਲਾ। ਕਰਨੈਲ ਉੱਠ ਪੁੱਤ, ਆ ਕੇ ਚਾਹ ਪੀ ਲਾ। ਪ੍ਰੀਤੋ ਕਿੱਥੇ ਗਈ ਆ? ਭਗਤ ਨਹੀਂ ਗੁਰਦੁਆਰੇ ਗਈ ਆ। ਤੇ ਬੁੜਾ? ਬੁੜਾ ਖੇਤਾਂ ਨੂੰ ਤੋਰਿਆ ਮਸਾਂ, ਰਾਤ ਦਾ ਵਿਟਰਿਆ ਬੈਠਾ ਸੀ। ਐਵੇਂ ਭੁੜਕ ਡੰਡਿਓਂ ਪਾਰ ਹੁੰਦਾ। ਕਰਨੈਲ, ਆਪਾਂ ਪ੍ਰੀਤੋ ਦਾ ਟੈਸਟ ਨਾ ਕਰਵਾ ਲਈਏ? ਜੇ ਕੁੜੀ ਹੋਈ ਤਾਂ ਹੁਣੇ ਜੱਬ ਮੁਕਾ ਦਿਆਂਗੇ, ਜੇ ਮੁੰਡਾ ਹੋਇਆ ਤਾਂ ਬੱਲੇ ਬੱਲੇ ਮੇਰੇ ਪੁੱਤ ਦੀ ਜੜ ਲੱਗ ਜੂ। ਗੱਲ ਤਾਂ ਤੇਰੀ ਠੀਕ ਆ ਬੀਬੀ, ਅੱਗੇ ਵੀ ਤਾਂ 2 ਕੁੜੀਆਂ ਹੀ ਜੰਮੀਆਂ ਇਹਨੇ। ਬੇ ਪੁੱਤ, ਉਹ ਤਾਂ ਤੇਰੀ ਚੰਗੀ ਕਿਸਮਤ, ਜੰਮਦੀਆਂ ਹੀ ਮਰ ਗਈਆਂ। ਮਰ ਗਈਆਂ ਕਿ ਮਾਰ ਦਿੱਤੀਆਂ? ਵੇ ਤੂੰ ਕੀ ਲੈਣਾ ਇਸ ਗੱਲ ਤੋਂ? ਤੂੰ ਸ਼ੁਕਰ ਕਰ ਤੇਰੇ ਗਲ ਫਾਹਾ ਨਹੀਂ ਪਿਆ। ਤੂੰ ਅੱਜ ਹੀ ਲੈ ਜਾ ਇਹਨੂੰ ਡਾਕਟਰ ਕੋਲ। ਹੁਣ ਹਸਪਤਾਲਾਂ ਵਾਲੇ ਆ ਟੈਸਟ ਨਹੀਂ ਕਰਦੇ ਬੀਬੀ। ਹਸਪਤਾਲਾਂ ਦੇ ਬਾਹਰ ਏਡੇ ਏਡੇ ਬੋਰਡ ਲਾਏ ਆ ਕਿ ਇੱਥੇ ਲਿੰਗ ਨਿਰਧਾਰਨ ਟੈਸਟ ਨਹੀਂ ਕੀਤਾ ਜਾਂਦਾ। ਵੇ ਪੁੱਤ, ਉਹ ਬੋਰਡ ਤਾਂ ਸਿਰਫ ਲੋਕ ਵਿਖਾਵਾ ਹੀ ਆ, ਅੰਦਰ ਖਾਤੇ ਸਭ ਕੁਝ ਹੁੰਦਾ, ਬਸ ਪੈਸਾ ਚਾਹੀਦਾ। ਮੈਂ ਕੰਸੋਦਾਈ ਨਾਲ ਕਰਦੀ ਆ ਗੱਲ, ਉਹ ਕਰਵਾਉਂਦੀ ਰਹਿੰਦੀ ਆ ਇਹੋ ਜਿਹੇ ਟੈਸਟ। ਉਹਦੇ ਹੱਥ ਰਲਿਆ ਕਿਸੇ ਹਸਪਤਾਲ ਦੀ ਡਾਕਟਰ ਨਾਲ। ਚੱਲ ਠੀਕ ਆ ਬੀਬੀ, ਤੂੰ ਗੱਲ ਕਰ ਕੰਸੋਦਾਈ ਨਾਲ, ਅੱਜ ਹੀ ਚੱਲਦੇ ਆ। ਆਪਾਂ ਇੱਥੇ ਕਾਹਦਾ ਟੈਸਟ ਕਰਾਉਣਾ ਹੈ? ਡਾਕਟਰ ਕਹਿੰਦਾ ਵੀ ਇਹ ਟੈਸਟ ਕਰਾਉਂਦੇ ਰਹਿਣਾ ਚਾਹੀਦਾ, ਬੱਚੇ ਦੀ ਤੰਦਰੁਸਤੀ ਦਾ, ਬੱਚੇ ਦੀ ਸਿਹਤ ਦਾ ਪਤਾ ਲੱਗਦਾ ਰਹਿੰਦਾ। ਕਿਤੇ ਕੋਈ ਦੂਸਰਾ ਟੈਸਟ ਤੇ ਨਹੀਂ? ਨਹੀਂ, ਤੈਨੂੰ ਮੇਰੇ ਤੇ ਯਕੀਨ ਨਹੀਂ? ਰਾਤੀ ਤੁਸੀਂ ਕਹਿੰਦੇ ਸੀ ਨਾ। ਉਹ ਤਾਂ ਰਾਤੀ ਜ਼ਿਆਦੀ ਹੋ ਗਈ ਸੀ, ਪਤਾ ਨਹੀਂ ਕੀ ਉਲਝ-ਲੂਲ ਬਕਦਾ ਰਿਹਾ। ਤੁਸੀਂ ਸ਼ਰਾਬ ਪੀਣੀ ਛੱਡ ਕਿਉਂ ਨਹੀਂ ਦਿੰਦੇ? ਬਾਪੂ ਜੀ ਨੂੰ ਬਹੁਤ ਦੁੱਖ ਹੁੰਦਾ। ਤੈਨੂੰ ਦੁੱਖ ਨਹੀਂ ਹੁੰਦਾ? ਮੇਰੇ ਦੁੱਖ ਦੀ ਪਰਵਾਹ ਹੈ ਤੁਹਾਨੂੰ? ਹਰਪ੍ਰੀਤ, ਮੈਂ ਫੈਸਲਾ ਕਰ ਲਿਆ। ਸ਼ਰਾਬ ਛੱਡਣ ਦਾ? ਨਹੀਂ, ਥੋੜੀ ਪੀਆ ਕਰਨੀ ਆ। ਓਹੋ, ਤੁਹਾਡੀ ਤੇ ਉਹ ਗੱਲ ਹੋਈ, ਪੰਚਾਂ ਦਾ ਕਿਆ ਸਿਰ ਮੱਥੇ, ਪਰ ਨਾਲਾ ਉੱਥੇ ਦਾ ਉੱਥੇ। ਬੀਬੀ, ਕੀ ਰਿਪੋਰਟ ਲਿਆਈ ਆ ਕੰਸੋ? ਉੱਤੇ ਨਹੀਂ ਘਰ ਰੱਖਣ ਵਾਲੀ, ਇਹ ਤਾਂ ਲੈਣਾ ਲਾ ਦੂ ਘਰ 'ਚ ਕੁੜੀਆਂ ਦੀਆਂ। ਮਤਲਬ ਫੇਰ ਕੁੜੀ? ਕੁੜੀ ਨਹੀਂ, ਕੁੜੀਆਂ 2 ਆ, ਜੋੜੀਆਂ। 2 ਜੋੜੀਆਂ? ਅੱਜ ਕੱਲ ਇੱਕ ਕੁੜੀ ਵਿਆਹਣੀ ਮਾਣਨੀ, ਲੋਕਾਂ ਏਡੇ ਏਡੇ ਮੂੰਹ ਵੱਡੇ ਆ। ਘਰ ਦੀ ਜੋ ਛੱਲੀ ਪੂਣੀ ਹੁੰਦੀ ਆ ਵਿਆਹ ਤੇ ਵਿਕ ਜਾਂਦੀ ਆ। ਮੈਂ ਨਹੀਂ ਜੰਮਣ ਦੇਣੀਆਂ। ਪੁੱਤ, ਆ ਲੋ ਮਾਂ ਜੀ ਪ੍ਰਸ਼ਾਦ, ਆ ਲੋ ਤੁਸੀਂ ਵੀ। ਗਾ ਸੁਣ, ਰਿਪੋਰਟ 'ਚ 2 ਕੁੜੀਆਂ ਆਈਆਂ ਜੋੜੀਆਂ, ਮੈਨੂੰ ਨਹੀਂ ਇਹ ਚਾਹੀਦੀਆਂ।
ਮੇਰੇ ਨਾਲ ਧੋਖਾ ਤੇ ਤੁਸੀਂ ਉਸ ਦਿਨ ਇਹ ਟੈਸਟ ਕਰਵਾਇਆ ਸੀ? ਹਾਂ, ਇਹੀ ਟੈਸਟ ਸੀ। ਮੈਨੂੰ ਤੇਰੀ ਔਕਾਤ ਦਾ ਪਤਾ ਸੀ। ਦਰਸ਼ਨ ਕਰਵਾ ਕੇ ਇਹਨਾਂ ਦੀ ਕਹਾਣੀ ਇੱਥੇ ਹੀ ਖਤਮ ਕਰ ਦੇ। ਇਹ ਗੱਲ ਅੱਜ ਮੈਨੂੰ ਆਖ ਦਿੱਤੀ ਜੇ, ਦੁਬਾਰਾ ਨਾ ਆਖਿਓ। ਮੇਰੇ ਲਈ ਪੁੱਤ ਹੋਣ ਜਾਂ ਧੀਆਂ ਇੱਕ ਬਰਾਬਰ ਨੇ। ਤਾਂ ਹੀ ਤੂੰ ਕੁੜੀਆਂ ਜੰਮਣ ਤੇ ਲੱਕ ਬੱਧਾ ਏ। ਵੇਖੋ ਮਾਂ ਜੀ, ਇਹ ਮੇਰੇ ਵਾਸ ਚ ਨਹੀਂ ਹੈ, ਇਹ ਉਸ ਅਕਾਲ ਪੁਰਖ ਦੀ ਬਖਸ਼ਿਸ਼ ਹੈ ਤੇ ਮੇਰੇ ਸਿਰ ਮੱਥੇ ਹੈ। ਉਹ ਤੇਰੇ ਸਿਰ ਮੱਥੇ ਹੋਊ, ਉਹ ਮੇਰੇ ਤਾਂ ਮੱਥਿਓਂ ਦੁਖਦੀਆਂ ਨੇ। ਸਾਨੂੰ ਨਹੀਂ ਇਹ ਚਾਹੀਦੀਆਂ, ਅਸੀਂ ਤਾਂ ਦਰਸ਼ਨ ਕਰਾਉਣਾ ਹੀ ਕਰਾਉਣਾ। ਤੇ ਮੈਂ ਇਹ ਕਿਸੇ ਕੀਮਤ ਤੇ ਹੋਣ ਨਹੀਂ ਦੇਣਾ। ਮਾਂ ਜੀ, ਇੱਕ ਔਰਤ ਹੋ ਕੇ ਔਰਤ ਜ਼ਾਤ ਨਾਲ ਦੁਸ਼ਮਣੀ ਕਮਾਉਂਦੇ ਹੋ। ਬਹੁਤਾ ਲੈਕਚਰ ਦੇਣ ਦੀ ਲੋੜ ਨਹੀਂ, ਜੋ ਅਸੀਂ ਕਹਿ ਰਹੇ ਹਾਂ ਉਹ ਕਰ। ਮੈਂ ਇਹਦਾ ਜਵਾਬ ਦੇ ਚੁੱਕੀ ਹਾਂ। ਮੈਂ ਕਿਸੇ ਕੀਮਤ ਤੇ ਨਹੀਂ ਹੋਣ ਦਿਆਂਗੀ। जित जम्मे राजा सो क्यों मंदाया किए जित जम्मे
ਹੁਣ ਕਰ ਗੱਲ, ਤੂੰ ਦਰਸ਼ਨ ਕਰਵਾਉਣਾ ਕਿ ਨਹੀਂ ਕਰਵਾਉਣਾ? ਨਹੀਂ, ਬਿਲਕੁਲ ਵੀ ਨਹੀਂ। ਨਹੀਂ ਨਹੀਂ ਕਰਵਾਉਣਾ। ਬਸ ਤੇਰਾ ਤੇ ਮੈਂ ਟੈਂਕਾ ਹੁਣੇ ਹੀ ਖਤਮ ਕਰ ਦੇਣਾ। ਰਹਿਣਗੇ ਬਚ ਗਏ। ਕਿੱਥੇ ਜਾਏਗੀ ਬੱਚੇ? ਇਹਨੇ ਜੀਣਾ ਹਰਾਮ ਕੀਤਾ ਹੋਇਆ। ਬਚਾ ਮੈਨੂੰ ਬਾਪੂ ਜੀ ਬਚਾ। ਤੂੰ ਛੱਡਣਾ ਨਹੀਂ ਅਜੇ। ਕਹਿੰਦਾ ਮਾਰੇ ਦੇ ਤੈਨੂੰ ਮਾਰਨਾ ਮੈਨੂੰ। ਬੰਦਾ ਤਾਣਾ ਤੇਰਾ ਬੇੜਾ ਸਾਜਿਆ ਕਿਉਂ ਮਾਰਿਆ ਕਿਉਂ ਮਾਰਦਾ ਬੰਦਾ ਮਾਰ ਦੇ ਬੰਦਾ ਤਾੜਿਆ ਨੂੰ ਚੱਲ ਮੈਨੂੰ। ਬਾਪੂ ਜੀ ਬਚਾ ਲਓ ਮੈਨੂੰ ਬਾਪੂ ਜੀ। ਉਹ ਜ਼ਾਲਮੋ, ਉਹ ਨਾ ਮਾਰੋ ਕੁੜੀ ਨੂੰ। ਉਹ ਇਹਨੇ ਕੀ ਵਿਗਾੜਿਆ ਤੁਹਾਡਾ? ਬੋਲਣਾ ਹੋਇਆ ਤੇਰਾ ਬਾਪੂ ਨਹੀਂ ਸਕਦੇ ਤੈਨੂੰ। ਜਾਵੇ ਚੱਲਿਆ ਲਿਆ ਪੈਟਰੋਲ ਜਿਹੜਾ ਲਿਆ ਕੇ ਰੱਖਿਆ ਉਹਨੇ ਲੈ ਕੇ ਆਉਣਾ। ਵੱਡੀਏ ਸਿਆਪਾ ਇਹਦਾ। ਓ ਜ਼ਾਲਮੋ, ਓਏ ਜ਼ੁਲਮ ਨਾ ਕਰਿਓ। ਓਏ ਨਹੀਂ ਬਖਸ਼ੇ ਜਾਓਗੇ। ਓਏ ਤੁਹਾਡਾ ਬੇੜਾ ਤਰਜੇ। ਨਾ ਮਾਰੋ ਕੁੜੀ ਨੂੰ। ਆ ਜਾ ਕਰ ਛੇਤੀ ਆ ਜਾ। ਵੇਂਦਾ ਕੀਆਂ ਲਾ ਦੇ ਤੀਲੀ ਵੇਖੀ ਜਾਊ। ਨਾ ਵੇਖੀ ਲੈਣਾ ਲਾ ਹੁਣ ਤਿੱਲੀ ਲਾ। ਨਾ ਕਹਿ ਲੈਣਾ ਹਲੇ ਨਾ ਲਈ ਨਾ ਨਾ ਨਾ। ਜੇ ਟੱਕਰ ਗਈ ਨਾ ਟੱਕਰੇ ਕਰ ਦੇਣੇ ਆ। ਵੇਖੀ ਜਾਊ ਜੋ ਹੋਊ। ਇਹਦਾ ਕਿਹੜਾ ਕੋਈ ਹੈਗਾ ਜਾਣਦਿਆਂ ਦਾ ਜਿਹੜਾ ਕੇਸ ਦੀ ਪੈਰਵਾਈ ਕਰੂ। ਚਲਾ
ਪੁੱਤ ਤੂੰ ਇਸ ਵੇਲੇ ਗੁਰੂ ਘਰ ਹੈ। ਗੁਰੂ ਮਹਾਰਾਜ ਤੇਰਾ ਦੁੱਖ ਦੂਰ ਕਰਨਗੇ। ਤੂੰ ਆਪਣਾ ਦੁੱਖ ਦੱਸ। ਬਾਕੀ ਪੁੱਤਰ, ਜੇ ਤੂੰ ਆਪਣੇ ਪਤੀ ਦੇ ਘਰ ਹੀ ਰਹਿਣਾ ਚਾਹੁੰਦੇ ਆ ਨਾ, ਤਾਂ ਮੈਂ ਤੇਰੇ ਪਿਓ ਦੇ ਨਾਤੇ ਪੰਚਾਇਤ ਲੈ ਕੇ ਚੱਲਦਾ ਤੇਰੇ ਨਾਲ। ਨਹੀਂ ਬਾਪੂ ਜੀ, ਮੈਂ ਹੁਣ ਉਸ ਘਰ 'ਚ ਨਹੀਂ ਜਾਣਾ। ਉੱਥੇ ਨਾ ਤਾਂ ਮੈਂ ਸੁਰੱਖਿਅਤ ਹਾਂ ਤੇ ਨਾ ਹੀ ਮੇਰੀਆਂ ਬੱਚੀਆਂ। ਹੁਣ ਬੱਚੀਆਂ ਹੀ ਮੇਰੀ ਜ਼ਿੰਦਗੀ ਦਾ ਮਕਸਦ ਨੇ। ਠੀਕ ਹੈ ਪੁੱਤਰ, ਤੂੰ ਨਿਸ਼ਚਿੰਤ ਹੋ ਜਾ। ਆਪਾਂ ਦੱਸਾਂਗੇ ਦੁਨੀਆ ਨੂੰ ਕਿ ਜੇਕਰ ਧੀਆਂ ਦੀ ਪਰਵਰਿਸ਼ ਪੁੱਤਰਾਂ ਵਾਂਗ ਕੀਤੀ ਜਾਵੇ ਤਾਂ ਧੀਆਂ ਪੁੱਤਰਾਂ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹੁੰਦੀਆਂ, ਬਲਕਿ ਵੱਧ ਹੁੰਦੀਆਂ ਨੇ। ਭੈਣ ਜੀ, ਸਿਆਣੇ ਠੀਕ ਹੀ ਕਹਿੰਦੇ ਨੇ, ਆਪ ਨੰਗ ਬਾਪ ਨੰਗ, ਤੀਜੇ ਨੰਗ ਨਾਨਕੇ। ਨੰਗਾ ਦੀ ਧੀ ਵਿਆਹ ਕੇ ਮੈਂ ਤਾਂ ਆਪ ਨੰਗ ਹੋ ਗਈਆਂ, ਕੱਖ ਨਹੀਂ ਪੱਲੇ ਰਿਹਾ ਮੇਰੇ। ਹੌਸਲਾ ਰੱਖ ਸ਼ਾਮੋ, ਹੌਸਲਾ ਰੱਖ। ਖਾਨਦਾਨ ਤਾਂ ਖਾਨਦਾਨ ਹੀ ਹੁੰਦੇ ਭੈਣ ਜੀ, 100 ਲੱਜ ਸ਼ਰਮ ਹੁੰਦੀ ਆ ਜਾਂਦਿਆਂ ਦੀ। ਭਾਰੇ ਹੱਕੇ ਭੁੱਖੇ ਦੀ ਧੀ ਰੱਜੀ ਖੇਡ ਆਉਣ ਲੱਗੀ। ਮੈਂ ਐਡੇ ਨਾਟੂ ਖਾਣਾ ਦਿੱਤੀ, ਕਿਸੇ ਨੂੰ ਮੂੰਹ ਵਿਖਾਉਣ ਜੋਗੀ ਨਹੀਂ ਰਹੀ। ਸ਼ਾਮੋ, ਤੈਨੂੰ ਪਤਾ ਹੀ ਨਹੀਂ ਲੱਗਾ ਜਦੋਂ ਗਈ ਆ। ਭੈਣੇ, ਮੇਰਾ ਮੁੰਡਾ ਤਾਂ ਬਾਲਾ ਭੋਲਾ, ਮੈਨੂੰ ਸ਼ੱਕ ਸੀ। ਮੈਂ ਉਹਨੂੰ ਕਿਹਾ ਵੀ ਇਹਨੇ ਨਹੀਂ ਵਸਣਾ, ਪਰ ਮੰਨਿਆ ਹੀ ਨਹੀਂ। ਇਹਨੇ ਛਾਲੇ ਤਾਲੇ ਕਰਕੇ ਹੱਥੀਂ ਜੋ ਚੜਾਇਆ ਸੀ ਮੁੰਡੇ ਨੂੰ। ਸ਼ਾਮੋ, ਜੇ ਤੈਨੂੰ ਸ਼ੱਕ ਸੀ ਤੇ ਤੂੰ ਉਹਦੇ ਤੇ ਨਜ਼ਰ ਰੱਖਦੀ। ਸ਼ੱਕ ਨਹੀਂ, ਮੈਨੂੰ ਤਾਂ ਯਕੀਨ ਸੀ ਵੀ ਕਿਸੇ ਦਿਨ ਸਾਡੇ ਮੂੰਹ ਤੇ ਕਾਲਖ ਪੋਚ ਗਈ, ਨਿਕਲ ਗਈ ਕਿਸੇ ਨਾਲ। ਵੇਖ ਸ਼ਾਮੋ, ਜਿੰਨਾ ਚਿਰ ਸੱਚਾਈ ਦਾ ਪਤਾ ਨਾ ਲੱਗ ਜਾਏ, ਗੱਲ ਮੂੰਹੋਂ ਨਹੀਂ ਕੱਢੀ ਦੀ। ਆਪਣੀ ਬੇਇੱਜ਼ਤੀ ਹੁੰਦੀ ਆ। ਨਾਲੇ ਕੱਲ ਰਾਤੀ ਤੁਹਾਡੇ ਘਰ ਰੌਲਾ ਕਾਹਦਾ ਪੈਂਦਾ ਸੀ? ਮੈਨੂੰ ਤਾਂ ਲੱਗਦਾ ਗੁੱਸੇ ਰਾਜੀ ਹੋ ਕੇ ਪੇਕੇ ਚਲ ਗਈ ਹੋਣੀ ਆ। ਜਾਣਾ ਉਹਨੇ ਕਿਹੜੇ ਟੱਠੇ ਖੂਹ ਚ, ਪੇਕਿਆਂ ਚ ਉਹਦਾ ਹੈ ਕੋਈ ਨਹੀਂ। ਇੱਕ ਬੁੱਢੀ ਮਾਂ ਸੀ, ਉਹ ਮਰ ਗਈ। ਭੈਣ ਜੀ, ਕਿਸੇ ਰਿਸ਼ਤੇਦਾਰ ਦੇ ਨਾਲ ਚਲੀ ਗਈ ਹੋਵੇ। ਜਿੱਥੇ ਮਰਜ਼ੀ ਜਾਵੇ, ਉਹਨੇ ਇੱਕ ਵਾਰ ਘਰੋਂ ਪੈਰ ਕੱਢ ਲਿਆ ਨਾ, ਹੁਣ ਆ ਵੀ ਗਈ ਤੇ ਮੈਂ ਨਾ ਰੱਖੀ। ਮੈਂ ਪੁੱਤ ਦੁਬਾਰਾ ਵਿਆਹ ਲੂੰ, ਉਹਨੂੰ ਨਾ ਵਸਾਉਂ। ਜਿਨ੍ਹਾਂ ਦੀ ਮੈਂ ਧੀ ਆ ਨਾ, ਉਹਨਾਂ ਦਾ ਕੋਈ ਪਰਛਾਵਾਂ ਨਹੀਂ ਸੀ ਲੰਘ ਸਕਦਾ। ਮੇਰਾ ਨਾਂ ਸ਼ਾਮੋ ਆ, ਸ਼ਾਮੋ। ਮੇਰਾ ਫੈਸਲਾ ਪੱਥਰ ਤੇ ਲਿਖਿਆ। ਠੀਕ ਹੈ ਜੀ, ਹੁਣ ਜੋ ਪੰਚਾਇਤ ਫੈਸਲਾ ਕਰੇਗੀ ਸਾਨੂੰ ਮਨਜ਼ੂਰ ਹੈ। ਫੈਸਲਾ ਉਹ ਹੋਣਾ ਜੋ ਮੈਨੂੰ ਮਨਜ਼ੂਰ ਹੈ। ਤੂੰ ਤਾਂ ਕਿਸੇ ਗੱਲ 'ਚ ਨਹੀਂ ਹੈਗਾ। ਕਿਸੇ ਵੇਲੇ ਤੇ ਜ਼ਬਾਨ ਮੂੰਹ 'ਚ ਪਾ ਲਿਆ ਕਰ, ਸ਼ਾਮ ਕਰੇ। ਆਪਣੀ ਤੇਰੀ ਹੈ ਨਹੀਂ, ਕਿਸੇ ਦੀ ਤੂੰ ਚੱਲਣ ਨਹੀਂ ਦੇਣੀ। ਸਰਪੰਚ ਸਾਹਿਬ, ਤੁਸੀਂ ਵੇਖ ਹੀ ਰਹੇ ਹੋ ਜੋ ਇਹਨਾਂ ਮਾਂ ਪੁੱਤਾਂ ਨੇ ਮੇਰੀ ਧੀ ਨਾਲ ਕੀਤਾ। ਤੂੰ ਕਿਧਰੋਂ ਇਹਦਾ ਨਵਾਂ ਪਿਓ ਜੰਮ ਪਿਆ? ਬੀਬੀ, ਥੋੜੀ ਦੇਰ ਲਈ ਚੁੱਪ ਕਰ ਜਾ। ਹਾਂ ਬੀਬਾ, ਤੇਰਾ ਕੀ ਫੈਸਲਾ ਹੈ? ਸਰਪੰਚ ਸਾਹਿਬ, ਜੋ ਮੇਰੇ ਨਾਲ ਹੋਇਆ ਹੈ, ਮੈਂ ਹੁਣ ਉਸ ਘਰ ਨਹੀਂ ਜਾਣਾ।
ਤੂੰ ਜਾਣਾ ਵੀ ਚਾਹੇ ਤਾਂ ਅਸੀਂ ਤੈਨੂੰ ਲੈ ਕੇ ਨਹੀਂ ਜਾਣਾ। ਸਾਰੇ ਹਾਲਾਤ ਵੇਖਣ ਤੋਂ ਬਾਅਦ ਪੰਚਾਇਤ ਇਹ ਸਿੱਟੇ ਤੇ ਪਹੁੰਚੀ ਹੈ ਕਿ ਤੁਹਾਡਾ ਹੁਣ ਨਿਭਾ ਨਹੀਂ ਹੋ ਸਕਦਾ। ਇਸ ਕਰਕੇ ਜੋ ਲੈਣ ਦੇਣ ਕਰਨਾ ਕਰ ਲਓ ਤੇ ਲਿਖ ਲਿਖਾ ਕਰ ਲਓ। ਸਰਪੰਚ ਸਾਹਿਬ, ਅਸੀਂ ਕੋਈ ਲੈਣ ਦੇਣ ਨਹੀਂ ਕਰਨਾ, ਤੁਸੀਂ ਲਿਖ ਲਿਖਾ ਕਰਵਾ ਦਿਓ। ਇਹ ਆਪਣੇ ਘਰ ਰਾਜੀ, ਅਸੀਂ ਆਪਣੇ ਘਰ ਰਾਜੀ। ਚਲੋ ਮੁਕਾਓ ਗੱਲ, ਕਰੋ ਲਿਖ ਲਿਖਾ। ਸਾਧ ਸੰਗਤ ਜੀਓ, ਸੰਤ ਬਾਬਾ ਸੇਵਾ ਸਿੰਘ ਜੀ ਆਪਣੀ ਪੁਸਤਕ ਸਾਨੂੰ ਨਾ ਮਾਰੋ ਵਿੱਚ ਲਿਖਦੇ ਨੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਨੰਤ ਸਿੱਖ ਰਾਏ ਬੁਲਾਰ ਆਪਣੀ ਸਾਰੀ ਜ਼ਿੰਦਗੀ ਵਿੱਚ ਸਿਰਫ 2 ਵਾਰ ਰੋਏ ਨੇ। ਪਹਿਲੀ ਵਾਰ ਜਦ ਗੁਰੂ ਨਾਨਕ ਦੇਵ ਜੀ ਨੇ ਰਾਏ ਭੋਏ ਦੀ ਤਲਵੰਡੀ ਨੂੰ ਛੱਡ ਕੇ ਸੁਲਤਾਨਪੁਰ ਲੋਧੀ ਵੱਲ ਚਾਲੇ ਪਾਏ, ਤੇ ਦੂਜੀ ਵਾਰ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਕੁੜਮਾਈ ਮਾਤਾ ਸੁਲੱਖਣੀ ਨਾਲ ਹੋਈ। ਦੱਸਦੇ ਨੇ ਕਿ ਰਾਏ ਬੁਲਾਰ ਜਦ ਰੋ ਰਹੇ ਸਨ ਤਾਂ ਕੁੜਮਾਈ ਦੀ ਖਬਰ ਦੇਣ ਵਾਲੇ ਨੇ ਪੁੱਛ ਹੀ ਲਿਆ ਕਿ ਰਾਏ ਸਾਹਿਬ, ਤੁਸੀਂ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਅਨੰਤ ਸਿੱਖ ਹੋ, ਤੁਹਾਨੂੰ ਤਾਂ ਉਹਨਾਂ ਦੀ ਕੁੜਮਾਈ ਦੀ ਖਬਰ ਸੁਣ ਕੇ ਖੁਸ਼ ਹੋਣਾ ਚਾਹੀਦਾ ਸੀ, ਤੁਸੀਂ ਰੋ ਰਹੇ ਹੋ। ਤਾਂ ਰਾਏ ਬੁਲਾਰ ਨੇ ਫਰਮਾਇਆ, ਗੁਰੂ ਨਾਨਕ ਪਾਤਸ਼ਾਹ ਦੀ ਕੁੜਮਾਈ ਹੋਈ ਏ, ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਏ, ਪਰ ਮੈਂ ਰੋ ਇਸ ਕਰਕੇ ਰਿਹਾ ਕਿ ਮਾਲਿਕ ਨੇ ਮੈਨੂੰ ਸਿਰਫ ਪੁੱਤਰ ਦਿੱਤੇ ਨੇ, ਇੱਕ ਧੀ ਦੀ ਦਾਤ ਨਹੀਂ ਬਖਸ਼ੀ। ਜੇ ਮੇਰੇ ਘਰ ਧੀ ਹੁੰਦੀ ਤਾਂ ਮੈਂ ਉਹਦੀ ਕੁੜਮਾਈ ਗੁਰੂ ਨਾਨਕ ਪਾਤਸ਼ਾਹ ਨਾਲ ਕਰ ਦਿੰਦਾ। ਗੁਰੂ ਨਾਨਕ ਪਾਤਸ਼ਾਹ ਨਾਲ ਜਿੱਥੇ ਮੇਰਾ ਆਤਮਿਕ ਰਿਸ਼ਤਾ ਹੈ, ਉੱਥੇ ਮੇਰਾ ਉਹਨਾਂ ਨਾਲ ਦੁਨਿਆਵੀ ਰਿਸ਼ਤਾ ਵੀ ਬਣ ਜਾਂਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ। ਸਾਧ ਸੰਗਤ ਜੀ, ਅੱਜ ਆਪਾਂ ਇਸ ਅਖੌਤੀ ਲਿੰਬਾ ਪੋਚੀ ਦੀ ਜ਼ਿੰਦਗੀ ਮਗਰ ਦੌੜਦੇ ਹੋਏ ਆਪਣੀਆਂ ਬੱਚੀਆਂ ਨੂੰ ਕੁੱਖਾਂ 'ਚ ਮਾਰੀ ਜਾ ਰਹੇ ਹਾਂ। ਔਰਤ ਵੱਲੋਂ ਸਮਾਜ ਵਿੱਚ ਪਾਏ ਜਾਣ ਵਾਲੇ ਯੋਗਦਾਨ ਨੂੰ ਭੁੱਲਦੇ ਜਾ ਰਹੇ ਹਾਂ। ਜ਼ਰਾ ਸੋਚੋ, ਔਰਤ ਨਾ ਹੁੰਦੀ ਤਾਂ ਧੀ ਨਾ ਹੁੰਦੀ, ਔਰਤ ਨਾ ਹੁੰਦੀ ਤਾਂ ਭੈਣ ਨਾ ਹੁੰਦੀ, ਔਰਤ ਨਾ ਹੁੰਦੀ ਤੇ ਪਤਨੀ ਨਾ ਹੁੰਦੀ, ਔਰਤ ਨਾ ਹੁੰਦੀ ਤੇ ਮਾਂ ਨਾ ਹੁੰਦੀ। ਔਰਤ ਹੀ ਸਾਰੀ ਸ੍ਰਿਸ਼ਟੀ ਨੂੰ ਤੋਰਨ ਵਾਲੀ ਹੈ। ਆਪਾਂ ਸ੍ਰਿਸ਼ਟੀ ਦੀ ਰਚਨਹਾਰੇ ਨੂੰ ਖਤਮ ਕਰਨ ਵੱਲ ਤੁਰ ਪਏ। ਨਾ ਸਾਧ ਸੰਗਤ ਜੀ, ਨਾ। ਇਹ ਬਜਰ ਪਾਪ ਕਰਕੇ ਅਸੀਂ ਉਸ ਮਾਲਕ ਦੀ ਕਚਹਿਰੀ ਵਿੱਚ ਬਖਸ਼ੇ ਨਹੀਂ ਜਾਵਾਂਗੇ, ਨਹੀਂ ਬਖਸ਼ੇ ਜਾਵਾਂਗੇ। ਕਰਨੈਲ ਪੁੱਤ, ਹਾਂ ਬੀਬੀ। ਜੇ ਕੁੜੀ ਪਸੰਦ ਆ ਲੈ ਲਈਏ ਰਿਸ਼ਤਾ। ਠੀਕ ਆ ਬੀਬੀ, ਕਰ ਦਿਓ। ਹਾਂ ਸ਼ਾਮ ਗਰੇ 1-2 ਕੁੜੀਆਂ ਹੋਰ ਵੀ ਤੱਕ 'ਚ ਰੱਖ ਲਈਆਂ ਚਲੀ। ਜੇ ਇਹਦੇ ਚੋਂ ਵੀ ਮੁੰਡਾ ਨਾ ਹੋਇਆ, ਇਹਨੂੰ ਛੱਡ ਕੇ ਫਿਰ ਹੋਰ ਵਿਆਹ ਵੀ ਤੇ ਕਰਨਾ ਪੈਣਾ ਨਾ। ਕਾਲੀ ਜ਼ੁਬਾਨ ਵਾਲਿਆ, ਚੁੱਪ ਕਰਕੇ ਬੈਠਾ ਰਹਿ, ਜਿਹੇ ਜਿਹਾ ਹੈਗਾ। ਓਏ ਨਾ ਸ਼ੁਕਰਿਓ, ਓ ਸ਼ੁਕਰ ਕਰੋ ਏ ਉਸ ਕੁੜੀ ਦਾ ਜਿਹੜੀ ਹਿੰਮਤ ਕਰਕੇ ਆਪ ਵੀ ਬਚ ਗਈ ਤੇ ਤੁਹਾਨੂੰ ਵੀ ਬਚਾ ਲਿਆ, ਨਹੀਂ ਤੇ ਬੱਦੇ ਨਹੀਂ ਸੀ ਛੁੱਟਣਾ ਤੁਸੀਂ। ਤੂੰ ਵੀ ਸ਼ੁਕਰ ਕਰ, ਵਿਹੜੇ 'ਚ ਲੱਤਾਂ ਫਸਰ ਕੇ ਤੂੰ ਵੀ ਨਾ ਪੈਂਦਾ, ਮੈਂ ਤੈਨੂੰ ਪਰਚੋਂ ਬਾਹਰ ਨਹੀਂ ਸੀ ਰਹਿਣ ਦੇਣਾ। ਚੱਲ ਛੱਡ ਬੀਬੀ, ਗੋਲੀ ਮਾਰ ਤੂੰ ਇਹਦੀਆਂ ਗੱਲਾਂ ਨੂੰ। ਤੂੰ ਹਾਂ ਕਰ, ਫੇਰ ਕਰਾਈਏ ਇੱਕ ਵਾਰੀ ਵਿਆਹ।
ਬਾਪੂ ਜੀ ਬੜੇ ਚਿਰ ਤੋਂ ਨਾ ਇੱਕ ਗੱਲ ਪੁੱਛਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਪੁੱਛ ਨਹੀਂ ਸਕੀ। ਅੱਜ ਪੁੱਛ ਲੈ ਪੁੱਤਰ। ਬਾਪੂ ਜੀ ਤੁਸੀਂ ਵਿਆਹ ਕਰਵਾਇਆ ਨਹੀਂ ਕਿ? करवाया से पुत्र। मेरी पत्नी से मेरे 2 पुत्र सन। मैं फौज विच नौकरी करता सी। मेरी बड़ी तमन्ना सी कि मैं अपने पुत्रा नूं फौजी बनावांगा। जदों मैं फौज चों रिटायर होके आया तो पता लगा मेरा बड़ा मुंडा पुलिस च भर्ती हो गया। मैंने कोई अफसोस नहीं होया बल्कि मैं खुश हुआ। कोई गल नहीं जवान, पुलिस भी तो फोर्स है। बाप ने फौज विच रह के देश नूं बाहरी दुश्मनां तो बचा के रखा है और पुत्र पुलिस विच रह के देश नूं अंदरूनी दुश्मनां तो बचाएगा। जवान ਜਿਹੜੀ ਜ਼ਿੰਮੇਵਾਰੀ ਆਪਣੇ ਕੰਧਿਆਂ ਤੇ ਚੁੱਕੀ ਹੈ ਉਸ ਨੂੰ ਇਮਾਨਦਾਰੀ ਨਾਲ ਜੀ ਜਾਨ ਨਾਲ ਨਿਭਾਉਣਾ ਹੈ। ਕੋਈ ਸ਼ੱਕ नो सर। ਗੁੱਡ ਗੁੱਡ ਗੁੱਡ। ਤੁਸੀਂ चिंता ना करो डैडी, ਤੁਹਾਡਾ ਪੁੱਤਰ ਹਰ ਮਹਾਜ ਤੇ ਕਾਮਯਾਬ ਹੋਏਗਾ। गुड वेरी गुड। और एक गल और पुत्र, पुलिस महकमा रिश्वतखोरी दी बहुत बदनाम है। कदे रिश्वत नहीं लेना, समाज विरोधी अंसरां खिलाफ डट के लड़ना है, ईमानदारी नाल अपने फर्ज को पूरा करना है चाहे जान चली जाए। पहले देश फिर जान, कोई शक नो सर। मैं सोचा चलो छोटे पुत्र नूं फौज विच कमीशन दिवावांगा। वो पढ़ाई च बहुत होशियार सी, सारे प्रोफेसरों नूं बहुत प्यार करते सी। पर एक दिन जनाब कल्ली कल्ली चीज शान मारो। थानेदार साहब मैनू गल तो दसो, मैं रिटायर्ड फौजी है, मेरे घर की तलाशी क्यों नहीं जा रही है? फौजी फौजिया तेनू पता तेरा मुंडा अतवादी है? नहीं थानेदार साहब, ये हो ही नहीं सकता। मेरा मुंडा अतवादी? मैं सारी उम्र फौज च नौकरी की है। बड़ा मुंडा मेरा पुलिस मुलाजिम है। पुलिस च भी अतवादी है गया, कराना ओदी भी इंक्वायरी। तुसी गलत इल्जाम ला रहे हो मेरे पुत्रा ते। मैं सारी उम्र देश की सेवा की है। तनख्वाह नहीं लई, पैसे लेके कीता कम। सेवा नहीं मजदूरी हुंदी है। क्यों भाई मिलिया कुछ? नहीं जनाब, कुछ नहीं मिलिया। मुंडा तेरा साडी हिरासत च, मैनू आके मिल। थाने आना जी? कदों ते किथे मिलना ये तेनू मैं दसांगा। चलो ए। वेख भाई फौजिया, बंदा ते तू सौए, मुंडे तेरे च भी बल कोई नहीं। हुण गल मुकदी आ तेरे ते, छड़ दिए मुंडा तेरा। थोड़ी बहुत बहुत मेहरबानी जनाब। वेख रुपया लगूगा 3 लाख। 3 लाख? वो कहता खूह च डिग्गी एट कदे सुक्की नहीं निकलदी। मुंडे च वड़ भी कोई नहीं, फिर भी उन्होंने छुड़ाउण लई 3 लाख रिश्वत देवा।
ਨਾ ਦੇ ਅੰਨਾ ਖਾਤਾ ਹੈ ਸਾਡੇ ਕੋਲ ਮੁਕਾਬਲਿਆਂ ਦਾ, ਬਣਾ ਦਿੰਨੇ ਆ ਮੁਕਾਬਲਾ। ਪੈਸਾ ਨਹੀਂ ਤਾਂ ਤਰੱਕੀ ਸਹੀ। मैं बथेरी भजनस की, अफसर नूं भी मिलिया, पर किसी ने हामी न भरी। अखीर 3 लाख रुपया दे के मुंडे नूं छुड़ाया, पर पुलिस ने टॉर्चर कर करके मुंडे नूं नकारा कर दिता। बड़ी मुश्किल नाल 6 महीने च मुंडे नूं कायम किया। वो थानेदार बदल गया, दूसरा आ गया। हाँ भाई फौजिया, तू दस मुंडा कदों पेश करेगा? जनाब मुंडे च कोई बल नहीं, इंक्वायरी हो चुकी है, तां ही मुंडे नूं छड्डिया गया सी। इनक्वायरी पहले थानेदार ने कीती सी, हुण मैं भी कर लवां, तू मुंडा पेश कर। मतलब 3 लाख उसने लिया सी, हुण 3 लाख तुसीं लओगे। मेरा वट्टा 5 लाख दा, ये मैं कल्लिया नहीं लेना, उपर भी अफसर बैठे आ। 5 लाख हो गए भावें 50 लाख, मैं एक दवाने नहीं देंगा, मैं अपने कर्नल साहब नाल गल करांगा। तू कर्नल नाल गल कर जा जरनल नाल, मैनू कोई परवाह नहीं। अज ते तेरा मुंडा भज के बच गया, बकरे दी मां कद तक खैर मनाऊगी, कदे ते काबू आऊगा ही। फिर आऊंगा तू 5 दा 7 लाख लैके। चलो ओए। डैडी, सतनाम तू आ गया? मैं आया नहीं डैडी, मैं जा रहा। मेरा इस रात तुरनू जीत नहीं सी करता, पर लगदा हुण तुरे बगैर गुजारा भी नहीं। नहीं पुत नहीं, तू ਇਹੋ ਜਿਹਾ कुछ नहीं करना। मैं हाँ ना। ਤੁਸੀਂ ਕਿਹਦਾ ਘਰ ਭਰੋਗੇ ਡੈਡੀ? ਜਿਨ੍ਹਾਂ ਨੂੰ ਬੋਰੀਆਂ ਨਾਲ ਨੋਟ ਇਕੱਠੇ ਕਰਨ ਦੀ ਆਦਤ ਪੈ ਜਾਵੇ ਨਾ, ਉਹਨਾਂ ਦੇ ਢਿੱਡ ਨਹੀਂ ਭਰੇ ਜਾ ਸਕਦੇ। ਤੁਹਾਨੂੰ ਇਹਨਾਂ ਨੇ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਸਮਝ ਲਿਆ। ਜਦੋਂ ਤੁਹਾਡੇ ਕੋਲ ਪੈਸੇ ਮੁੱਕ ਗਏ, ਉਦੋਂ ਵੀ ਤਾਂ ਇਹਨਾਂ ਮੈਨੂੰ ਮਾਰਨਾ ਹੀ ਆ। ਤੁਸੀਂ ਆਪਣੇ ਪੈਸੇ ਸੰਭਾਲ ਕੇ ਰੱਖੋ, ਮੈਨੂੰ ਮੇਰੇ ਹਸ਼ਰ ਦਾ ਪਤਾ ਲੱਗ ਚੁੱਕਾ। मैं जा रहा डैडी। नहीं पुत नहीं, 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 ना जा पुत ना जा। मैनू पैसा नहीं, अपना पुत चाहिए, पुत चाहिए मैनू। सतनाम चला गया। पुलिस बार बार मैनू थाने ले जाके टॉर्चर करती रही, जलील करती रही। बड़े मुंडे दी भी इंक्वायरियां हुई, घर दी बीमार रहने लग गई। घर चो जिवें सुख शांति खत्म ही हो गई। फिर एक दिन अखबार च खबर आई कि पुलिस ते खाड़कुआं विचाले गैगत मुकाबले च एक पुलिसकर्मी ते एक खाड़कू मारिया गया। तस्वीरां वेखियां तां दोवें मेरे पुत्र सन, मेरे पुत्र। देश के सियासतदाना ने अपनी कुर्सियां लई भरा भरा दा दुश्मन बना दिता। पुलिस वाले मानू या खाड़कू मरते तो मोहम्मद पुत्ती। इन्हां दा की क्या? जे सोचा जावे तो यह नुकसान किसदा होया? पंजाब दा ते
खास करके सिख कौम दा। इस गल नूं कोई नहीं विचारता, कोई नहीं विचारता इस गल नूं। ते तुहाडी पत्नी ਉਹ ਸਦਮਾ ਨਾ ਚੱਲ ਸਕੀ ਜੋ ਵੀ ਅਕਾਲ ਪੁਰਖ ਤੇ ਚਰਨਾਂ ਜਾ ਬਿਰਾਜੇ। ਫਿਰ ਮੈਂ ਉੱਥੇ ਕੀ ਕਰਨਾ ਸੀ? ਆਪਣਾ ਘਰ ਆਪਣਾ ਪਿੰਡ ਛੱਡ ਕੇ मैं इतनी गुरु घर आ गया। चलो जो दी मर्जी। रायरा साहब का बेड़ा हो गया, मैं और चलता है। किन्नियां प्यारियां बच्चियां थे, लोग तो कमले होंदे ने जेड़े धी जम्मी तो सोग मनाउंदे ने ते पुत्तर जम्मे तो भंगड़े पाउंदे ने। जमे तां पगड़े पाउंदे, धी जमे तां सोग मनाउंदे। पुत जमे तां पगड़े पाउंदे, धी जमे तां सोग मनाउंदे। धीआं घट नहीं पुत्तरां नालों, धीआं घट नहीं पुत्तरां नालों। नालों धीआं ते क्यों कहर कमांदे। अंश न तुरदी आदम दी, जेकर मां हवा ना हुंदी। जगते आउंदे जेकर तृप्ता माना हुंदी। पीर पैगंबर औरत जाए, क्यों औरत दा उपकार भुलांदे। धीआं घट नहीं पुत्तरां नालों, धीआं ते क्यों कहर कमांदे।
जमदी फिर भैन फिर पत्नी मां। तीजे मुक गई मुक जावणगे सारे रिश्तियां दे ही ना। जिस तो सारे रिश्ते फुटदे उस मुड नू क्यों मुकांदे। धीया कट नहीं पुत्रा नालों धीया ते क्यों कहर कमांदे। समझ तो बार नौजवानी नशियां खा लई बुजुर्गां दा ना रिया सत्कार। धर्मां वल्लों पिठ मोड़ के फर्ज़ां तो क्यों मुंह पवांदे। नहीं पुत्रा नालों धीया ते क्यों कहर कमांदे। मम्मी ਅਸੀਂ ਪਾਸ ਹੋ ਗਿਆ। ਇਹ ਤੁਹਾਡੇ ਲਈ। ਬਾਪੂ ਜੀ आ भाई पुत्रो हाँ मेरे पुत्रां दी ग्रेजुएशन तो होगी हुण अगों की विचार। बापू जी मैं बिरध आश्रम खोलना चाहनी हाँ। मैं इदां दे कई बुजुर्ग देखे ने जिहड़े सड़कां ते रुलदे ने जिन्हां दी साम संभाल करन वाला कोई भी नहीं ते मैं इहो जे बुजुर्गां दी साम संभाल करना चाहनी हाँ। मानवता सड़कां ते रुले ये तां मनुक्खता लई मेहना है ना। वारे जावा तेरी सोच दे पुत्र। बजुर्गां दी सेवा संभाल करना साडे धर्म साडे समाज दे मुख विशेषता है। पर अफसोस आजकल नौजवान खुदगर्जी दे रौं विच सब कुछ भुलदे जा रहे ने। पर पुत्र बिरध आश्रम खोलण लई जगह भी ते चाहिदी है ना। ले ओ पुत्र पिंड मेरा एडा वड्डा घर जे उथे ए आश्रम खुल गए वो तो धरती धन होगी। पुत्र समझ ला तेरा बिरध आश्रम खुल गया। ते मनजोत पुत्र तू की करना। बापू जी मैं तो LLB करांगी। जेड़े बच्चे बुजुर्गां तो अपने नाम प्रॉपर्टी करवा के उन्हें रुलन ले छाड़ दिंदे ने मैं उन्हां नूं अदालत विच खिच के बुजुर्गां नूं इंसाफ दिवाया करांगी। वाह पुत्र वाह। दोवां भैणां दी एक ही सोच बुजुर्गां नूं इंसाफ दिवाउणा है। मैनूं माण है तुहाडे ते मैनूं माण है तुहाडी माता ते मैनूं माण है उस सुलखणे कुख ते जिसने तुहानूं जम्मिया। नहीं नहीं मैं अपना एक खेत नहीं बेचना। मेरे कोल होर रह की गया है सिर्फ एक खेत ही तो बचा है वो भी वेच दिया ਇਹਦੇ ਨਸ਼ੇ ਪੂਰੇ ਕਰਨ ਲਈ। ਵੇ ਕਿਹੜੇ ਖੇਤ ਖੇਤ ਸੀ ਮੇਰੇ ਆਦਮੀ ਦੇ ਉਹ ਨਾਲ ਲੈ ਗਿਆ ਜਾਂ ਤੂੰ ਕਿਹੜਾ ਹਿੱਕ ਤੇ ਧਰ ਕੇ ਲੈ ਜਾਣੇ ਆ। ਵੇਚ ਦੇ ਜੇ ਨਿਆਣਾ ਕਹਿੰਦਾ ਤਾਂ। ਸੱਚ ਪੁੱਛੇ ਨਾ ਮਾਤਾ ਇਸ ਘਰ ਦਾ ਬੇੜਾ ਹੀ ਤੂੰ ਕਰ ਕੀਤਾ ਹੈ। ਪਹਿਲਾਂ ਮੇਰੀਆਂ ਬੇੜੀਆਂ 'ਚ ਵੱਟੇ ਪਾਏ ਹੁਣ ਇਹਦੀਆਂ 'ਚ ਪਾ ਰਹੀ ਏ। ਦਰ ਫਿਟੇ ਮੂੰਹ ਤੇਰਾ ਲੱਖ ਲਾਨਤੀ ਆ ਸਿਲਾ ਦਿੱਤਾ ਹੀ ਲਾੜ ਲੜਾਉਣ ਦਾ। ਮੈਂ ਤਾਂ ਹੋਈ ਮਰ ਗਈ ਇਸ ਘਰ ਦੀ। ਤੇਰੀਆਂ ਇਹਨਾਂ ਚਤਰਾਈਆਂ ਨੇ ਨਾ ਮੇਰੀ ਕਿਸੇ ਵੀ ਜਨਾਨੀ ਨੂੰ ਇਸ ਘਰ ਵਸਣ ਨਹੀਂ ਦਿੱਤਾ। ਬਾਪੂ ਮੇਰਾ ਮਰ ਗਿਆ ਤੇਰੇ ਦੁੱਖੋਂ। ਚੁੱਪ ਕਰ ਬੁੜਿਆ ਤਾਂ ਚੁੱਪ ਕਰਕੇ ਇੱਥੇ ਗੁੱਠਾ ਲਾ ਦੇ। ਮੈਂ ਨਹੀਂ ਲਾਉਣਾ। ਅੱਛਾ ਮੈਨੂੰ ਫਿਰ ਦਬਾਉਣਾ ਆਉਂਦਾ ਹੋਣਾ ਕਿ ਸਾਡੀ ਨਾ ਨਾ ਪਤਾ ਨਾ ਜ਼ਬਰਦਸਤੀ ਨਾ ਕਰ ਲਾ ਦਿੱਤਾ ਲਾ ਦਿੱਤਾ।
इथों मुड़ के मेनू अपनी शक्ल ना विखाई। ओ मैं भी तेरी शक्ल नहीं वेखनी चाहता, मैं इस घर विच रहना ही नहीं। चल जा इथों। आ पुत लैण लई मैं पापां दी भागीदार बनी, खून नाल हत्थां नूं रंगिया, अपनी हीरे वर्गी नूं नूं घरों कढिया, ओनूं मारन ते तुल गई, अपने आदमी दी एक ना सुनी। आ पुत लैण लई ना तां रखिया सी कुलतार, पर इहने तां मेरी कुल दा नाश करके रख दिता। बुखार है, तुसी इदा करो डॉक्टर संधू नु कहो कि एक बार आश्रम आ जान। ठीक है भैन जी। साध संगत जी जरा सोचो, असी पंजाब के अणखी लोग केड़े राहां वल तुर पे। असी अपनियां बच्चियां नूं कुखा च मारना शुरू कर दिता, नौजवानां ने नौजवानी नूं तलांजली दे दिती, नशिया ने साडी मत मार ली, बाणी बाणा असी अलोप कर लिया, पतित पुणा कर कर वस गया। विरसे तो आपां कोहां दूर हो गए, कुरीतियां दा कोड़ साडे गल च पै गया, गुरुआं दा डर पौ असी त्याग दिता, साडे पल्ले की रह गया। पंजाबियों एक गल याद रखियो, जे असी इस तरह ही अपनियां बच्चियां दी भ्रूण हत्या करते रहे तां सानू अपने पुत्रां दे घर वसाउण लई दूजे राजां चों दूजे धर्मां चों लड़कियां मुल लियाउणियां पैणगियां। फिर होएगा की, साडियां आउण वालियां नस्लां दोगलियां बन जाणगियां। फिर शेरे पंजाब महाराजा रणजीत सिंह, सरदार हरी सिंह नलूआ, अकाली फूला सिंह वर्गे बहादुर पैदा होने की आस छड़ दिओ, क्योंकि दोगलियां नस्लां चों इहो जे बहादुर सूरमे कदे पैदा नहीं होंदे। साध संगत जी ठंडे दिमाग नाल सोचना चाहिए कि जो बच्ची परमात्मा ने गर्भ विच भेजी है, किते इसने संसार विच आके माता तृप्ता जी, बेबे नानकी जी, माता सुलखणी जी, माता खीवी जी, माता वीराई जी, माता दमोदरी जी, माता गंगा जी, माता गुजर कौर जी, माता सैब कौर जी की विरासत नूं तां अगाह नहीं तोड़ना। जिस बच्ची की असी भ्रूण हत्या करने बारे सोच रहे हैं, किते उसके अंदर शरण कौर, सदा कौर, महाराणी जिंद कौर की रूह तो नहीं है? सोचो साध संगत जी, सोचो। अजे भी वक्त है अकला कर लो, डुल्ले बेर इकट्ठे कर लो।
ਉਸ ਮਾਲਕ ਦਾ ਪੱਲਾ ਫੜ ਲਓ, ਉਸ ਦਾਤੇ ਦੀ ਮਰਜ਼ੀ ਅੱਗੇ ਕਿਉਂ ਨਹੀਂ ਆਪਣਾ ਸੀਸ ਝੁਕਾਉਂਦੇ। ਧੀਆਂ ਕੱਟ ਨਹੀਂ ਪੁੱਤਰਾਂ ਨਾਲੋਂ, ਧੀਆਂ ਤੇ ਕਿਉਂ ਕਹਿਰ ਕਮਾਉਂਦੇ। ਧੀਆਂ ਕੱਟ ਨਹੀਂ ਪੁੱਤਰਾਂ ਨਾਲੋਂ, 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 ਧੀਆਂ ਕੱਟ ਨਹੀਂ ਪੁੱਤਰਾਂ ਨਾਲੋਂ। ਪੁੱਤ ਠੀਕ ਹੀ ਕਹਿੰਦਾ ਸੀ, ਇਹ ਘਰ ਮੇਰੇ ਪੈਰੋਂ ਬਰਬਾਦ ਹੋਇਆ। ਮੈਂ ਸਾਰੀ ਉਮਰ ਆਦਮੀ ਦੀ ਇੱਕ ਨਹੀਂ ਸੁਣੀ। ਪਹਿਲਾਂ ਲਾੜ ਚ ਪੁੱਤ ਵਿਗਾੜਿਆ, ਫਿਰ ਪੋਤਰਾ। ਸਰਪੰਚ ਠੀਕ ਹੀ ਕਹਿੰਦਾ ਹੁੰਦਾ ਸੀ, ਮੁੰਡੇ ਤੇ ਰੰਮੇ ਚੰਗੇ ਹੀ ਕੰਮ ਹੁੰਦੇ ਨੇ, ਪਰ ਮੈਂ ਜਾਨੀ ਸ਼ਾਮ ਕੁਰੇ ਤੂੰ ਤੇ ਹੱਟ ਚ ਆਪਣਾ ਘਰ ਹੀ ਬਰਬਾਦ ਕਰ ਲਿਆ, सब कुछ रोड़ देता। अब पछताए क्या हो जब चिड़िया चुग गई खेत। बापू आज ते तो माफी मंगण जी करदा।
ਪੁੱਤਰ ਧੰਨ ਉਹ ਕੁੱਖ ਜਿਸ ਨੇ ਤੈਨੂੰ ਜਨਮ ਦਿੱਤਾ। ਤੂੰ ਬਚਾ ਲਿਆ ਮੈਨੂੰ। ਪਰ ਪਾਪਾ ਜੀ ਤੁਸੀਂ ਹਾਲੇ ਤੱਕ ਮੈਨੂੰ ਆਪਣੇ ਪਿੰਡ ਦਾ ਨਾਂ ਨਹੀਂ ਦੱਸਿਆ। ਛੱਡ ਪੁੱਤਰ, ਜਿਹੜਾ ਛੱਡਿਆ ਗਰਾਂ ਉਹਦਾ ਲੈਣਾ ਕੀ ਨਾ। हेलो हाँ मंजूर मनदीप मुबारक होन मैं LLB पास कर ली है। बापू जी मेरी भैन वकील बन गई है। हाँ मंजूर तू मम्मी ते बापू जी नु फोन करके जरूर दसी, उन्होंने बहुत खुशी होनी है। हाँ खासा बुढ़िया ना तू की समझ तू किसी को दसेगा नहीं तो सानू पता नहीं लगूगा। तू इत्थे की करना है? ठूठा लवाउणा है तो घर ही ते रह गया, की करना रख के हुण ना मैं लाया। तेरे ते ਵੱਡੇ ਵੀ ਗੁੱਠਾ ਲਾਉਣਗੇ। ਮੈਂ ਕਿਹਾ ਨਾ ਮੈਂ ਨਹੀਂ ਲਾਉਣਾ ਗੁੱਠਾ, ਮੈਂ ਨਹੀਂ ਲਾਉਣਾ ਗੁੱਠਾ, ਮੈਂ ਨਹੀਂ ਲਾਉਣਾ ਗੁੱਠਾ, ਮੈਂ ਨਹੀਂ ਲਾਉਣਾ ਗੁੱਠਾ। जा साहब चश्मदीद गवाह बीबी मनदीप कौर दी गवाही ने यह साबित कर दिता है मुजरिम करनैल सिंह ने अपने बेटे कुलतार सिंह दा कत्ल कीता है। एक बाप ने बेटे दा कत्ल करके बाप ते बेटे दे रिश्ते नू बदनुमा दाग लगाया है, समाजिक कदरां कीमतां दा गान कीता है। इसलिए मुजरिम नू सख्त तो सख्त सजा दी जावे। दैट्स ऑल जज साहब। करनैल सिंह तू अपनी सफाई विच कुछ कहना चाहना? नहीं सरकार, मैं कुछ भी नहीं कहना चाहता। तेरे को तेरा केस लाने लिए कोई वकील है? नहीं जज साहब, मेरा कोई वकील नहीं। वकील है जज साहब, मैं इन्हां दा केस लड़ांगी। ਤੁਹਾਡਾ ਨਾਮ? ਜੀ ਮਨਦੀਪ ਕੌਰ। ਤੁਸੀਂ ਕੀ ਕਰਦੇ ਹੋ? ਜੀ ਮੈਂ ਬਿਰਧ ਆਸ਼ਰਮ ਚਲਾ ਰਹੀ ਹਾਂ। ਇਹ ਆਦਮੀ ਜੋ ਕਟਹਿਰੇ ਵਿੱਚ ਖੜਾ ਹੈ, ਤੁਸੀਂ ਉਸ ਨੂੰ ਜਾਣਦੇ ਹੋ? ਜੀ ਹਾਂ, ਇਹ ਮੇਰੇ ਬਿਰਧ ਆਸ਼ਰਮ ਵਿੱਚ ਰਹਿੰਦੇ ਨੇ। ਜਿਸ ਵਕਤ ਕੁਲਤਾਰ ਸਿੰਘ ਦਾ ਕਤਲ ਹੋਇਆ ਉਸ ਵਕਤ ਤੁਸੀਂ ਉੱਥੇ ਮੌਜੂਦ ਸੀ? ਜੀ ਹਾਂ। ਇਹਨਾਂ ਨੇ ਕੁਲਤਾਰ ਸਿੰਘ ਦਾ ਕਤਲ ਕਿਸ ਹਥਿਆਰ ਨਾਲ ਕੀਤਾ? ਜੀ ਹਥਿਆਰ ਤਾਂ ਕੋਈ ਵੀ ਨਹੀਂ ਸੀ। दरअसल कुलतार सिंह इन्हां तो किसी कागज ते अंगूठा लगवाण आया सी ते इन्हां ने अंगूठा लगाउण तो इनकार कर दिता। बस इसी गल नूं लैके इन्हां दे विच हाथापाई हो गई ते अचानक कुलतार सिंह जमीन ते डिग गया ते बस उस तो बाद उठिया नहीं। तुसी उस वक्त कित्थे सी? जी मैं फोन ते गल कर रही सी। ते तुसी इन्हां नूं छुड़ाया क्यों नहीं? जदों तक मैं वापस आई ਇਹ ਵਾਕਿਆ ਹੋ ਚੁੱਕਾ ਸੀ। ਸ਼ੁਕਰੀਆ, ਤੁਸੀਂ ਹੁਣ ਜਾ ਸਕਦੇ ਹੋ। ਜੀ ਜੱਜ ਸਾਹਿਬ, ਕੁਲਤਾਰ ਸਿੰਘ ਨੇ ਜ਼ਬਰਦਸਤੀ ਕਰਨੈਲ ਸਿੰਘ ਤੋਂ ਅੰਗੂਠਾ ਲਵਾਉਣ ਦੀ ਕੋਸ਼ਿਸ਼ ਕੀਤੀ। ਕਰਨੈਲ ਸਿੰਘ ਤੇ ਕੁਲਤਾਰ ਸਿੰਘ ਦੀ ਹੱਥਾਪਾਈ ਹੋ ਗਈ, ਜਿਸ ਵਿੱਚ ਕੁਲਤਾਰ ਸਿੰਘ ਥੱਲੇ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ। ਜੱਜ ਸਾਹਿਬ, ਇਸ ਵਿੱਚ ਕਿਤੇ ਵੀ ਇਹ ਸਾਬਿਤ ਨਹੀਂ ਹੁੰਦਾ कि करनैल सिंह ने कुलतार सिंह दा कत्ल किया है, जबकि सच्चाई ये है कि कुलतार सिंह नशियां दा आदी सी, जिस करके करनैल सिंह दी सारी जमीन विक गई।
ਤੇ ਉਸਨੇ ਕਰਨੈਲ ਸਿੰਘ ਨੂੰ ਘਰੋਂ ਕੁੱਟ ਕੇ ਬਾਹਰ ਕੱਢ ਦਿੱਤਾ। ਜੱਜ ਸਾਹਿਬ, ਕਰਨੈਲ ਸਿੰਘ ਮਨਦੀਪ ਕੌਰ ਦੇ ਆਸ਼ਰਮ ਵਿੱਚ ਜ਼ਿੰਦਗੀ ਕੱਟ ਰਿਹਾ ਸੀ ਤੇ ਕਰਨੈਲ ਸਿੰਘ ਦੇ ਨਾਮ ਸਿਰਫ ਇੱਕ ਘਰ ਰਹਿ ਗਿਆ ਸੀ, ਜਿਸ ਨੂੰ ਵੇਚਣ ਲਈ ਕੁਲਤਾਰ ਸਿੰਘ ਜ਼ਬਰਦਸਤੀ ਕਰਨੈਲ ਸਿੰਘ ਦਾ ਅੰਗੂਠਾ ਲਗਾਉਣਾ ਚਾਹੁੰਦਾ ਸੀ। ਮੇਰੀ ਮਾਣਯੋਗ ਅਦਾਲਤ ਅੱਗੇ ਬੇਨਤੀ ਹੈ ਕਿ ਉਹ ਕੁਲਤਾਰ ਸਿੰਘ ਦੀ ਪੋਸਟਮਾਰਟਮ ਰਿਪੋਰਟ ਨੂੰ ਚੰਗੀ ਤਰ੍ਹਾਂ ਜਾਂਚਣ, ਕਿਉਂਕਿ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਉਸ ਦੀ ਮੌਤ ਡਿੱਗਣ ਕਰਕੇ ਨਹੀਂ ਬਲਕਿ ਉਹ ਮਰਨ ਕਰਕੇ ਡਿੱਗਿਆ ਤੇ ਉਸ ਦੀ ਮੌਤ ਦਾ ਕਾਰਨ ਹਾਰਟ ਅਟੈਕ ਸੀ, ਜੋ ਕਿ ਜ਼ਿਆਦਾ ਨਸ਼ੇ ਕਾਰਨ ਹੋਇਆ। ਜੱਜ ਸਾਹਿਬ, ਕਰਨੈਲ ਸਿੰਘ ਉਸ ਦੀ ਮੌਤ ਲਈ ਕਿਤੇ ਵੀ ਜ਼ਿੰਮੇਵਾਰ ਨਹੀਂ ਹੈ। ਦੈਟਸ ਆਲ ਮਾਈ ਲਵ। ਕੁਲਤਾਰ ਸਿੰਘ ਦੇ ਪੋਸਟਮਾਰਟਮ ਦੀ ਰਿਪੋਰਟ ਨੂੰ ਘੋਖਣ ਤੋਂ ਬਾਅਦ ਅਦਾਲਤ ਇਸ ਨਤੀਜੇ ਤੇ ਪਹੁੰਚੀ ਹੈ ਕਿ ਕੁਲਤਾਰ ਸਿੰਘ ਦੀ ਮੌਤ ਹਾਰਟ ਅਟੈਕ ਦੇ ਨਾਲ ਹੋਈ ਹੈ। ਸੋ ਇਹਨਾਂ ਸਾਰੇ ਤੱਥਾਂ ਨੂੰ ਮੁੱਖ ਰੱਖਦੇ ਹੋਏ ਕਰਨੈਲ ਸਿੰਘ ਨੂੰ ਬਾਇਜ਼ਤ ਬਰੀ ਕੀਤਾ ਜਾਂਦਾ ਹੈ। बाबा जी आओ चलिए, आश्रम च सब तुहाडा इंतजार कर रहे हैं। नहीं मनदीप, पहला आश्रम नहीं गुरुद्वारा साहब मत्था टेकन जाना है। गुरु साहिबान ने पहले केस विच फतेह बख्शी है, उन्हां शुकराना करन जाना। ये तो बहुत वधिया गल है। बाबा जी आओ चलिए। ਭੈਣ, ਮੈਂ ਤੁਹਾਡੀ ਪਹਿਲੀ ਨੌ ਦੇਖੀ ਸੀ। ਕਿੱਥੇ ਵੇਖੀ ਸੀ? ਰਾਮਪੁਰ ਖੇੜੇ। ਹਰਪ੍ਰੀਤ, ਤੂੰ? ਮਮਾ, ਤੁਸੀਂ ਜਾਣਦੇ ਹੋ ਇਹਨਾਂ ਨੂੰ? ਮਮਾ, ਕੌਣ ਨੇ? ਇਹ ਆਪ ਹੀ ਦੱਸਣਗੇ ਇਹ ਕੌਣ ਨੇ। ਪੁੱਤਰ, ਮੈਂ ਗੁਰੂ ਕਰ ਖਲੋ ਕੇ ਝੂਠ ਨਹੀਂ ਬੋਲਾਂਗਾ। ਮੈਂ ਤੁਹਾਡਾ ਉਹ ਬਦਕਿਸਮਤ ਬਾਪ ਹਾਂ ਜੋ ਤੁਹਾਨੂੰ ਧੋਖੇ 'ਚ ਹੀ ਮਾਰ ਦੇਣਾ ਚਾਹੁੰਦਾ ਸੀ। ਪਰ ਅਸ਼ਕੇ ਤੁਹਾਡੀ ਇਸ ਦੇਵੀ ਮਾਂ ਦੇ, ਜਿਸਨੇ ਮੈਨੂੰ ਵੀ ਪਾਪੀ ਬਣਨ ਤੋਂ ਰੋਕ ਲਿਆ ਤੇ ਤੁਹਾਨੂੰ ਦੁਨੀਆ ਵਿੱਚ ਲਿਆ ਕੇ ਇਸ ਕਾਬਲ ਬਣਾ ਦਿੱਤਾ ਕਿ ਹਰ ਕੋਈ ਤੁਹਾਡੇ ਤੇ ਮਾਣ ਕਰ ਸਕੇ। ਸ਼ਾਇਦ ਮੈਂ ਵੀ ਘਬਰਾ ਜਾਂਦੀ ਜੇ ਇਹ ਬਾਪੂ ਜੀ ਮੇਰੇ ਸਿਰ ਤੇ ਹੱਥ ਨਾ ਰੱਖਦੇ। ਹਰਪ੍ਰੀਤ, ਮੈਂ ਤੇਰੇ ਤੇ ਬਹੁਤ ਜ਼ੁਲਮ ਕੀਤਾ ਹੈ। ਉਸ ਅਕਾਲ ਪੁਰਖ ਨੇ ਮੈਨੂੰ ਵੀ ਸਜ਼ਾ ਬਹੁਤ ਵੱਡੀ ਦਿੱਤੀ ਹੈ। ਜਿਸ ਪੁੱਤਰ ਨੂੰ ਹਾਸਲ ਕਰਨ ਲਈ ਮੈਂ ਤੇਰੇ ਤੇ ਜ਼ੁਲਮ ਕਰਦਾ ਰਿਹਾ, ਉਹੀ ਪੁੱਤਰ ਮੇਰੇ ਤੇ ਜ਼ੁਲਮ ਕਰ ਗਿਆ। ਕਰਨੈਲ, ਬੀਬੀ, ਹਰਪ੍ਰੀਤ, ਬੀਬੀ ਇੱਧਰ ਵੇਖ, ਇਹ ਮੇਰੀਆਂ ਧੀਆਂ ਨੇ। ਜਦ ਪੁੱਤ ਨੇ ਮੈਨੂੰ ਘਰੋਂ ਦੁਰਕਾਰ ਦਿੱਤਾ ਤਾਂ ਮੇਰੀ ਇਸ ਧੀ ਨੇ ਮੈਨੂੰ ਸਹਾਰਾ ਦਿੱਤਾ। ਜਦ ਪੁੱਤ ਮੈਨੂੰ ਕਤਲ ਕੇਸ ਵਿੱਚ ਫਸਾ ਗਿਆ ਤਾਂ ਮੇਰੀ ਇਸ ਧੀ ਨੇ ਮੈਨੂੰ ਬਚਾਇਆ। ਇਹ ਸਭ ਹਰਪ੍ਰੀਤ ਦੀ ਮਿਹਨਤ ਸਦਕਾ ਹੈ। ਮੈਨੂੰ ਮਾਫ ਕਰ ਦੇਤੀ ਹੈ। ਨਹੀਂ ਮਾਂ ਜੀ, ਪੈਰਾਂ ਨੂੰ ਹੱਥ ਲਾਉਣਾ ਤੁਹਾਡਾ ਨਹੀਂ, ਮੇਰਾ ਫਰਜ਼ ਹੈ। ਤੁਹਾਨੂੰ ਆਪਣੇ ਗੁਨਾਹਾਂ ਦਾ ਅਹਿਸਾਸ ਹੋ ਗਿਆ
ਲੋਕ ਪਰਲੋਕ ਵਿੱਚ ਤੁਹਾਡੇ ਗੁਨਾਹ ਬਖਸ਼ੇ ਗਏ। ਧੀਓ, ਇਸ ਪਾਪਣ ਦਾਦੀ ਦੇ ਗੱਲ ਨਹੀਂ ਲੱਗੋਗੀਆਂ। दुनिया वालिओ, मेरे घर की तबाही तो तुसी सबक जरूर लेना। धियां पुत्रां नूं एक बराबर जानना, धियां नूं दरकारो ना ते पुत्रां नूं बेलोड़े लाड ना लड़ाओ। जिस दिन मेरे करनैल ने पहली गलती की सी, मैं उसे दिन ओदे मुंह ते थप्पड़ मारिया हुंदा ते शायद मेरा घर इस तबाही तो बच जांदा। पंजाबियों, मेरी बेनती है, अनजमियां देवियां नू ना मारो। वास्ता जे रब दा, आपां अंधकार विच भटक रहे हां। सानू नहीं पता कि किना देवियां दी कुखों किना भगतां सूरमियां ते दातियां ने जन्म लेना है। इस संसार नू भगतां सूरमियां दातियां ते नेक इंसानां तो वांझिया ना करो। इन्हां अनजमियां देवियां नू ना मारो। इन्हां देवियां की हूक सुनो, क्यों कह रही ने सानू ना मारो, सानू ना मारो, सानू ना मारो।